हाँ जी स्टूडेंट्स, ਅੱਜ ਅਸੀਂ ਆਪਣੀ +2 ਕਲਾਸ ਸੈਕਸ਼ਨ ਸੀ ਦੀ 6ਵੀਂ ਸਟੋਰੀ ਦ ਬੁੱਲ ਬੀਨੀਥ ਦਾ ਅਰਥ, ਜਿਸ ਨੂੰ ਕਿ ਕੁਲਵੰਤ ਸਿੰਘ ਵਿਰਕ ਨੇ ਲਿਖਿਆ ਹੋਇਆ ਹੈ, ਇਸ ਸਟੋਰੀ ਦੀ ਕੰਪਰੀਹੈਂਸਿਵ ਐਕਸਪਲੇਨੇਸ਼ਨ ਅਤੇ ਐਨਾਲਿਸਿਸ ਕੰਟੀਨਿਊ ਕਰਾਂਗੇ। ਸਟੂਡੈਂਟਸ, ਇਸ ਚੈਪਟਰ ਦੀ ਸੀਰੀਜ਼ ਦਾ ਸਾਡਾ ਇਹ ਤੀਸਰਾ ਵੀਡੀਓ ਹੋਏਗਾ। ਤਾਂ ਬੱਚਿਓ, ਪਹਿਲੇ ਦੋ ਵੀਡੀਓਜ਼ ਦੇ ਵਿੱਚ ਮੈਂ ਆਲਰੇਡੀ ਇਸ ਚੈਪਟਰ ਦੇ ਪੇਜ ਨੰਬਰ 162 ਅਤੇ 163 ਨੂੰ ਪਹਿਲੇ ਵੀਡੀਓ ਦੇ ਵਿੱਚ ਡਿਸਕਸ ਕੀਤਾ ਹੈ। ਤਾਂ ਸਟੂਡੈਂਟਸ, ਜੇਕਰ ਤੁਹਾਡਾ ਇਸ ਚੈਪਟਰ ਦੀ ਸੀਰੀਜ਼ ਦਾ ਪਹਿਲਾ ਵੀਡੀਓ ਮਿਸ ਹੋਇਆ ਹੈ ਤਾਂ ਮੈਂ ਸਕਰੀਨ ਦੇ ਟੌਪ ਰਾਈਟ ਕਾਰਨਰ ਦੇ ਉੱਪਰ ਤੁਹਾਨੂੰ ਇਸ ਵੀਡੀਓ ਦਾ ਲਿੰਕ ਪ੍ਰੋਵਾਈਡ ਕਰ ਰਿਹਾ ਹਾਂ, ਜਿਸ ਉੱਤੇ ਜਾ ਕੇ ਤੁਸੀਂ ਇਹ ਵੀਡੀਓ ਦੇਖ ਸਕਦੇ ਹੋ। ਅਤੇ ਇਸੇ ਸੀਰੀਜ਼ ਦੇ ਦੂਸਰੇ ਵੀਡੀਓ ਦੇ ਵਿੱਚ ਮੈਂ ਇਸ ਚੈਪਟਰ ਦੇ ਪੇਜ ਨੰਬਰ 164 ਅਤੇ 165 ਆਲਰੇਡੀ ਡਿਸਕਸ ਕਰ ਚੁੱਕਿਆ ਹਾਂ। ਤਾਂ ਸਟੂਡੈਂਟ, ਜੇਕਰ ਤੁਹਾਡਾ ਇਸ ਚੈਪਟਰ ਦੀ ਸੀਰੀਜ਼ ਦਾ ਦੂਸਰਾ ਵੀਡੀਓ ਮਿਸ ਹੋਇਆ ਹੈ ਤਾਂ ਮੈਂ ਸਕਰੀਨ ਦੇ ਟੌਪ ਰਾਈਟ ਕਾਰਨਰ ਦੇ ਉੱਪਰ ਤੁਹਾਨੂੰ ਇਸ ਦਾ ਲਿੰਕ ਪ੍ਰੋਵਾਈਡ ਕਰ ਰਿਹਾ ਹਾਂ, ਜਿਸ ਤੇ ਜਾ ਕੇ ਤੁਸੀਂ ਇਹ ਵੀਡੀਓ ਦੇਖ ਸਕਦੇ ਹੋ ਅਤੇ ਫਿਰ ਤੁਸੀਂ ਇਸ ਚੈਪਟਰ ਦੀ ਸੀਰੀਜ਼ ਦਾ ਇਹ ਵਾਲਾ ਤੀਸਰਾ ਪਾਰਟ ਕੰਟੀਨਿਊ ਕਰ ਸਕਦੇ ਹੋ। ਅੱਜ ਵਾਲੇ ਵੀਡੀਓ ਦੇ ਵਿੱਚ ਆਪਾਂ ਬਾਕੀ ਰਹਿੰਦੀ ਸਟੋਰੀ ਦੀ ਕੰਪਰੀਹੈਂਸਿਵ ਐਕਸਪਲੇਨੇਸ਼ਨ ਅਤੇ ਐਨਾਲਿਸਿਸ ਕੰਪਲੀਟ ਕਰਾਂਗੇ। ਐਜ਼ ਹੀ ਵਾਸ ਫਿਨਿਸ਼ਿੰਗ ਦਾ ਮੀਲ, ਕਰਮ ਸਿੰਘ ਲਿਟਲ ਸਨ ਸਲੋਲੀ ਵਾਕਡ ਅਪ ਟੂ ਵੇਅਰ ਹੀ ਸੈਟ। ਜਦੋਂ ਉਹ ਆਪਣਾ ਭੋਜਨ ਖਤਮ ਕਰ ਰਿਹਾ ਸੀ, ਇੱਥੇ ਹੀ ਦਾ ਮਤਲਬ ਮਾਨ ਸਿੰਘ ਤੋਂ ਹੈ, ਤਾਂ ਕਰਮ ਸਿੰਘ ਦਾ ਛੋਟਾ ਬੇਟਾ ਉਸ ਕੋਲ ਹੌਲੀ ਹੌਲੀ ਆਇਆ ਜਿੱਥੇ ਉਹ ਬੈਠਾ ਸੀ। ਤਾਂ ਬੱਚਿਓ, ਇਸ ਲਾਈਨ ਤੋਂ ਸਾਨੂੰ ਇਹ ਪਤਾ ਚੱਲਦਾ ਹੈ ਕਿ ਕਰਮ ਸਿੰਘ ਦਾ ਇੱਕ ਪੁੱਤਰ ਵੀ ਹੈ। ਇਫ ਹੀ ਕੁਡ ਨੋਟ ਟਾਕ ਆਫ ਕਰਮ ਸਿੰਘ ਟੂ ਐਨੀਵਨ ਐਲਸ ਇਨ ਦਾ ਫੈਮਿਲੀ, ਹੀ ਕੁਡ ਐਟ ਲੀਸਟ ਟਾਕ ਟੂ ਦਾ ਚਾਈਲਡ। ਜੇਕਰ ਉਹ ਪਰਿਵਾਰ ਦੇ ਵਿੱਚ ਕਰਮ ਸਿੰਘ ਦੇ ਬਾਰੇ ਗੱਲ ਕਿਸੇ ਨਾਲ ਵੀ ਨਹੀਂ ਸੀ ਕਰ ਸਕਦਾ ਤਾਂ ਘੱਟੋ ਘੱਟ ਉਹ ਇੱਕ ਬੱਚੇ ਨਾਲ ਤਾਂ ਗੱਲ ਕਰ ਹੀ ਸਕਦਾ ਸੀ। ਇੱਥੇ ਐਟਲੀਸਟ ਦਾ ਮਤਲਬ ਹੈ ਬੱਚਿਓ ਘੱਟੋ ਘੱਟ। ਅਸੀਂ ਦੇਖਿਆ ਨਾ ਕਿ ਪਰਿਵਾਰ ਦੇ ਵਿੱਚ ਮਾਨ ਸਿੰਘ ਦੇ ਨਾਲ ਕੋਈ ਪ੍ਰੋਪਰ ਗੱਲ ਨਹੀਂ ਕਰ ਰਿਹਾ ਸੀ, ਤਾਂ ਮਾਨ ਸਿੰਘ ਨੂੰ ਲੱਗਿਆ ਕਿ ਚਲੋ ਪਰਿਵਾਰ ਦੇ ਵਿੱਚ ਕੋਈ ਗੱਲ ਨਹੀਂ ਕਰ ਰਿਹਾ ਮੇਰੇ ਨਾਲ ਕਰਮ ਸਿੰਘ ਦੇ ਬਾਰੇ, ਚਲੋ ਮੈਂ ਇਸ ਬੱਚੇ ਨਾਲ ਹੀ ਕਰਮ ਸਿੰਘ ਦੇ ਬਾਰੇ ਗੱਲ ਕਰ ਲੈਣਾ। ਲਿਫਟਿੰਗ ਅਪ ਟੂ ਹਿਜ਼ ਲੈਪ ਹੀ ਸੈਡ, ਤਾਂ ਉਸ ਨੂੰ ਆਪਣੀ ਗੋਦੀ ਵਿੱਚ ਚੱਕਦੇ ਹੋਏ ਉਹ ਬੋਲਦਾ ਹੈ। ਲੈਪ ਦਾ ਮਤਲਬ ਬੱਚਿਓ ਗੋਦ ਹੁੰਦਾ ਹੈ। ਵੁੱਡ ਯੂ ਗੋ ਟੂ ਯੂਰ ਫਾਦਰ, ਕੀ ਤੂੰ ਆਪਣੇ ਪਿਤਾ ਕੋਲ ਜਾਏਗਾ? ਕਮ ਵਿਦ ਮੀ, ਮੇਰੇ ਨਾਲ ਆ। ਇਫ ਯੂ ਵੁੱਡ, ਜੇ ਤੂੰ ਜਾਣਾ ਚਾਹੁੰਦਾ ਹੈ। ਇਫ ਰੇਨਸ ਆ ਗ੍ਰੇਟ ਡੀਲ ਦੇਅਰ ਐਂਡ ਯੂ ਵਿਲ ਹੈਵ ਪਲੈਂਟੀ ਆਫ ਵਾਟਰ ਟੂ ਪਲੇ ਇਨ, ਜੇ ਉੱਥੇ ਬਹੁਤ ਜ਼ਿਆਦਾ ਵਰਖਾ ਹੋਈ ਤਾਂ ਤੇਰੇ ਕੋਲੇ ਬਹੁਤ ਸਾਰਾ ਪਾਣੀ ਹੋਏਗਾ, ਪਲੈਂਟੀ ਆਫ ਵਾਟਰ ਹੋਏਗਾ ਖੇਡਣ ਦੇ ਲਈ। ਤਾਂ ਬੱਚਿਓ, ਇਸ ਪੈਰੇ ਦੇ ਵਿੱਚ ਮਾਨ ਸਿੰਘ ਕਰਮ ਸਿੰਘ ਦੇ ਬੇਟੇ ਦੇ ਨਾਲ ਗੱਲਾਂ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਕਿਉਂਕਿ ਪਰਿਵਾਰ ਦੇ ਵਿੱਚ ਹੋਰ ਕੋਈ ਜਣਾ ਉਸ ਦੇ ਨਾਲ ਇੰਨੀ ਗੱਲਬਾਤ ਨਹੀਂ ਕਰ ਰਿਹਾ। ਮਾਨ ਸਿੰਘ's words seemed to pierce the old man's heart। ਹੁਣ ਜਦੋਂ ਮਾਨ ਸਿੰਘ ਨੇ ਇਹ ਸ਼ਬਦ ਬੋਲੇ ਤਾਂ ਬੱਚਿਓ, ਇੱਥੇ ਇਹ ਸ਼ਬਦਾਂ ਵੱਲ ਧਿਆਨ ਦੇਣ ਦੀ ਲੋੜ ਹੈ ਕਿ ਮਾਨ ਸਿੰਘ ਨੇ ਸ਼ਬਦ ਕੀ ਬੋਲੇ ਸੀ। ਮਾਨ ਸਿੰਘ ਨੇ ਕਿਹਾ ਸੀ, would you go to your father, come with me, ਕੀ ਤੂੰ ਆਪਣੇ ਪਿਤਾ ਕੋਲ ਜਾਣਾ ਚਾਹੁੰਦਾ ਹੈ, ਮੇਰੇ ਨਾਲ ਚੱਲ। ਤਾਂ ਇਹ ਜਿਹੜੇ ਵਰਡ ਸੀਗੇ ਉਸ ਬਜ਼ੁਰਗ ਦੇ ਦਿਲ ਨੂੰ ਇਸ ਤਰ੍ਹਾਂ ਕਰ ਰਹੇ ਸੀ ਜਿਵੇਂ ਕਿ ਛੇਦ ਕਰ ਗਏ ਹੋਣ ਨਾ। ਪੀਅਰਸ ਦਾ ਮਤਲਬ ਬੱਚਿਓ ਗਲੋਸਰੀ ਦੇ ਵਿੱਚ ਤੁਹਾਡੇ ਲਿਖਿਆ ਹੋਇਆ ਹੈ ਟੂ ਮੇਕ ਅ ਸਮਾਲ ਹੋਲ ਇਨ ਸਮਥਿੰਗ। ਜਦੋਂ ਆਪਾਂ ਕਿਸੇ ਦੇ ਵਿੱਚ ਕੋਈ ਛੋਟਾ ਜਿਹਾ ਛੇਕ ਕਰਦੇ ਹਾਂ ਤਾਂ ਉਸ ਨੂੰ ਪੀਅਰਸ ਕਰਨਾ ਕਹਿੰਦੇ ਆ। ਤਾਂ ਇਹ ਜਿਹੜੇ ਸ਼ਬਦ ਮਾਨ ਸਿੰਘ ਨੇ ਬੋਲੇ ਸੀ ਕਿ ਤੂੰ ਮੇਰੇ ਨਾਲ ਚੱਲ, ਮੈਂ ਤੈਨੂੰ ਤੇਰੇ ਡੈਡੀ ਕੋਲ ਲੈ ਕੇ ਜਾਊਂਗਾ, ਇਹ ਵਾਲੇ ਸ਼ਬਦ ਉਸ ਬਜ਼ੁਰਗ ਇਨਸਾਨ ਦੇ ਦਿਲ 'ਚ ਜਾ ਕੇ ਵੱਜੇ, ਇੱਕ ਤਰ੍ਹਾਂ ਨਾਲ ਉਸਦੇ ਦਿਲ ਨੂੰ ਉਹ ਛਲਣੀ ਕਰ ਗਏ। ਤੇ ਫਿਰ ਉਹ ਕੀ ਬੋਲਿਆ? ਟੇਕ ਅਵੇ ਦਾ ਚਾਈਲਡ ਹੀ ਸ਼ਾਊਟਡ, ਤਾਂ ਉਹ ਚਿਲਾ ਕੇ ਬੋਲਿਆ ਕਿ ਬੱਚੇ ਨੂੰ ਲੈ ਜਾਵੋ। ਕੀਪ ਹਿਮ ਦੇਅਰ, ਇਸ ਨੂੰ ਉੱਧਰ ਰੱਖੋ। ਹੀ ਵੋਂਟ ਲੈਟ ਹਿਮ ਈਟ ਇਨ ਪੀਸ, ਇਹ ਇਹਨਾਂ ਨੂੰ ਸ਼ਾਂਤੀ ਨਾਲ ਖਾਣ ਵੀ ਨਹੀਂ ਦੇ ਰਿਹਾ। ਇੱਥੇ ਹੀ ਦਾ ਮਤਲਬ ਉਸ ਛੋਟੇ ਬੱਚੇ ਤੋਂ ਹੈ ਤੇ ਹਿਮ ਦਾ ਮਤਲਬ ਇੱਥੇ ਮਾਨ ਸਿੰਘ ਤੋਂ ਹੈ। ਦਾ ਮਦਰ ਕੇਮ ਐਂਡ ਕੈਰੀਡ ਦਾ ਚਾਈਲਡ ਅਵੇ, ਤਾਂ ਬੱਚੇ ਦੀ ਮਾਂ ਆਈ ਅਤੇ ਉਹ ਉਸ ਨੂੰ ਦੂਰ ਲੈ ਕੇ ਚਲੀ ਗਈ। ਮਾਨ ਸਿੰਘ's food stuck in his throat, ਹੁਣ ਮਾਨ ਸਿੰਘ ਖਾਣਾ ਖਾ ਰਿਹਾ ਸੀ, ਉਸਨੇ ਇਹ ਸਾਰਾ ਵਤੀਰਾ ਦੇਖਿਆ ਤਾਂ ਉਸਦਾ ਜਿਹੜਾ ਖਾਣਾ ਸੀ ਉਸਦੇ ਗਲੇ ਵਿੱਚ ਹੀ ਅਟਕ ਗਿਆ ਨਾ। ਸਟਕ ਦਾ ਮਤਲਬ ਹੁੰਦਾ ਬੱਚਿਓ ਅਟਕ ਜਾਣਾ, ਥਰੋਟ ਦਾ ਮਤਲਬ ਗਲਾ। ਹੀ ਫੈਲਟ ਸਟਾਈਫਲਡ ਐਂਡ ਕੁਡ ਨੋਟ ਬਰੀਥ ਇਨ ਦਾ ਐਟਮੋਸਫੀਅਰ ਆਫ ਦੈਟ ਹੋਮ। ਇੱਥੇ ਸਟਾਈਫਲਡ ਦਾ ਮਤਲਬ ਬੱਚਿਓ ਗਲੋਸਰੀ 'ਚ ਲਿਖਿਆ ਹੈ ਟੂ ਪ੍ਰੀਵੈਂਟ ਅ ਫੀਲਿੰਗ ਫਰੋਮ ਬੀਇੰਗ ਐਕਸਪ੍ਰੈਸਡ। ਜਦੋਂ ਆਪਣੇ ਅੰਦਰ ਕੋਈ ਬੱਚਿਓ ਕੋਈ ਗੱਲ ਚੱਲ ਰਹੀ ਹੋਵੇ ਅਤੇ ਉਸ ਨੂੰ ਆਪਾਂ ਬਾਹਰ ਜ਼ਾਹਿਰ ਨਾ ਕਰ ਸਕੀਏ, ਉਸ ਨੂੰ ਸਟਾਈਫਲ, ਤਾਂ ਮਾਨ ਸਿੰਘ ਨੇ ਆਪਣੇ ਆਪ ਨੂੰ ਇਸ ਤਰ੍ਹਾਂ ਫੀਲ ਕੀਤਾ ਕਿ ਜਿਵੇਂ ਉਹ ਅੰਦਰੋਂ ਹੀ ਜਕੜਿਆ ਗਿਆ ਅਤੇ ਉਹ ਉਸ ਘਰ ਦੇ ਮਾਹੌਲ ਦੇ ਵਿੱਚ, ਵਾਤਾਵਰਨ ਦੇ ਵਿੱਚ ਸਾਹ ਵੀ ਨਹੀਂ ਲੈ ਪਾ ਰਿਹਾ। ਬਰੀਥ ਇਨ ਦਾ ਮਤਲਬ ਹੁੰਦਾ ਬੱਚਿਓ ਸਾਹ ਲੈਣਾ। ਦੈਨ ਹੀ ਸਟਾਰਟਡ ਮੇਕਿੰਗ ਇਨਕੁਆਇਰੀਜ਼ ਅਬਾਊਟ ਹਿਜ਼ ਮਾਰਨਿੰਗ ਜਰਨੀ, ਤਾਂ ਫਿਰ ਉਸਨੇ ਜਿਹੜੀ ਉਸਦੀ ਸਵੇਰ ਦੀ ਯਾਤਰਾ ਹੈ, ਜਰਨੀ ਦਾ ਮਤਲਬ ਯਾਤਰਾ, ਉਸ ਦੇ ਬਾਰੇ ਉਸਨੇ ਮੇਕਿੰਗ ਇਨਕੁਆਇਰੀਜ਼ ਮਤਲਬ ਪੁੱਛ ਪੜਤਾਲ ਕਰਨੀ ਸ਼ੁਰੂ ਕਰਤੀ। ਹਾਊ ਫਾਰ ਇਜ਼ ਤਰਨ ਤਾਰਨ ਫਰੋਮ ਹੇਅਰ, ਤਾਂ ਹੁਣ ਉਹ ਕੁਐਸਚਨ ਕਰ ਰਹੇ ਮਾਨ ਸਿੰਘ ਕਿ ਇੱਥੋਂ ਤਰਨ ਤਾਰਨ ਕਿੰਨੀ ਦੂਰ ਹੈ।
तरन तारण बच्चों एक शहर का नाम है। नीयरली 4 माइल्स, तो आंसर मिलता है जी कि 4 मील दूर है। विल आई गैट अ टोंगा अर्ली इन द मॉर्निंग, कि मैनू सवेरे उत्थे जाण लई एक टांगा मिल जाएगा। डोंट वरी अबाउट दैट, इसकी चिंता ना करो। वी विल सेंड जसवंत विद यू, असी तेरे नाल जसवंत नू भेज देवांगे ना। जसवंत तुहानू पता बच्चों करम सिंह दा छोटा भरा है। एंड दैन यू 2 ब्रदर्स कैन विजिट ऑल दीज प्लेसिस, अते फिर तुसी दोवें भरा ये सारे स्थानां ते विजिट कर सकते हो, उत्थे जा सकते हो। दिस रादर प्लीज्ड मान सिंह फॉर जसवंत वॉज नॉट सच अ रिजर्व्ड सॉर्ट, तो ये गल ने मान सिंह नू थोड़ा जा खुश करता। प्लीज़ का मतलब होंदा बच्चों खुश होना, क्योंकि जसवंत रिजर्व टाइप का इंसान नहीं सी। इत्थे रिजर्व सॉर्ट का मतलब होंदा बच्चों जो बंदा घट गलबात करे है ना, उसनूं आपां रिजर्व सॉर्ट कहने आ। तां जसवंत यह जानी सी। याद करो मान सिंह दे नाल बाकी सारे परिवार के मैंबरां ने बहुत ही घट गलबात की सी। जे गलबात की सी हुण तक तो जसवंत नहीं की सी थोड़ी बहुती उहदे नाल। तां इह गल थोड़ी जी मान सिंह नूं चंगी लगी कि चलो जसवंत मेरे नाल जाएगा तो वह तो चलो गल्लां मेरे नाल कर लैंदा है, तां इह ठीक है। बट वंस आउट विद मान सिंह हिज लिप्स वर ऑल्सो सील्ड, पर जदों मान सिंह दे नाल जसवंत बाहर गया तो उसके बुल भी कुछ ना बोले। लिप्स वर ऑल्सो सील्ड का मतलब जदों बुल्लां दे उपर बंदा चेपी ला लैंदा उसनूं कहंदे ने जी। इत्थे बुल्लां ते चेपी लाने का मतलब है कि कोई गल ही नहीं करता अगला, उसनूं कहंदे ने। इफ ही मैट अ फ्रेंड और एक्वेंटेंस ही वुड मटर अ डिस्टेंट ग्रीटिंग एंड वॉक ऑन, जेकर उसनूं कोई उसका दोस्त या उसनूं जान पछाण वाला मिलता, एक्वेंटेंस का मतलब होंदा बच्चों जान पछाण, तो वह दूरों ही उसनूं ग्रीटिंग कर दिंदा अते बहुत ही हौली आवाज़ से बोलता। मटर का मतलब होंदा बच्चों हौली बोलना। इत्थे किस दी गल हो रही है जी? जसवंत की। कि वैसे तो जसवंत देखो घरे उस नाल थोड़ी बहुत गल कर रहा सीगा, लेकिन जदों जसवंत मान सिंह नाल बाहर जांदा सी तो उस समय जसवंत भी बोलणों बंद कर दिंदा सी किसे नाल। जेकर उसनूं कोई पिंड दा बंदा भी बुलाउंदा सी तो उस नाल भी ओह बस हैलो हाय करके हौली जी आवाज़ से चुप कर जांदा। मान सिंह वॉन्टेड टू स्टॉप एंड टॉक टू पीपल, मान सिंह चाहुंदा सी कि वह रुके अते लोकां नाल गलबात करे। आफ्टर ऑल ही वुड नॉट बी विजिटिंग दीज प्लेसिस सो ऑफन, आखिर ओह ये जड़ियां थावां ने ओह अक्सर इत्थे दोबारा विजिट तो नहीं करूगा। मतलब मसा मसा तो आया देखो थाथी खारा, तो हुण ओह चाहता है कि मैं इस इलाके वाल आया तो इत्थे दे लोकां नूं मिलां, उन्हां नाल गल्लां करां, ते हुण ओह कोई गल ही नहीं कर पा रहा क्योंकि जसवंत भी गल्लां नहीं कर रहा। तो उसनूं बड़ा और जा फील हो रहा है कि मैं पता नहीं इत्थे कदों वापस आऊँगा, तो घट्टो घट्ट हुण मैं आया तो सारिਆਂ नाल गलबात करके तो जावां। तो बच्चों तुसीं एक गल का ख्याल रखो कि मान सिंह दे नाल जिहड़ा वतीरा हो रहा है वो बहुत ही अलग तरह का हो रहा है। मान सिंह ने तो यह सोचा भी नहीं होना कि मेरे नाल इस परिवार के बंदे ने गल ही नहीं करनी, कोई मैं गल करनी चाहूँगा तो उसका जवाब नहीं देना, जे कोई बंदा गल करनी चाहता है तो वह उसनूं रोक देंदे ने। तो इस तरह का वतीरा मान सिंह नाल हो रहा है। ये क्यों हो रहा है बच्चों? इसके सारे आंसर सानू आने वाली स्टोरी च मिलणगे। करम सिंह हैज़ वन हिमसैल्फ सच अ नेम इन द आर्मी, करम सिंह ने आर्मी दे विच अपना एक नाम कमाया सी। वन सच अ नेम का मतलब होंदा है बच्चों नाम कमाउणा, है ना। आपां पहलां देखिआ है कि करम सिंह एक बहुत ही वधिया क्रैक शॉट सीगा, उसने बिन बिन के जापानियां नूं मारिया सी ते बहुत ही दिलदार बंदा सी, सब नाल हस के बोलना, गल्लां बातां करनियां। तां करम सिंह बड़ा पॉपुलर सी आर्मी। वाई डिडंट यू ऑल्सो ज्वाइन? मान सिंह रीओपन द टॉपिक, तां मान सिंह ने दोबारा टॉपिक नूं ओपन किया, शुरू किया। किवें? उसने जसवंत नूं क्वेश्चन पूछा कि तू आर्मी क्यों नहीं ज्वाइन करता? वाई डिडंट यू ऑल्सो ज्वाइन? तू भी आर्मी ज्वाइन कर लै। जसवंत वॉज स्टार्टल्ड। इत्थे बच्चों स्टार्टड शब्द पाया होया, मेरे हिसाब नाल यह मिसप्रिंट हो गया। ये शब्द आना चाहिए सी बच्चों स्टार्टल्ड, एल पैनी चाहिए सी टी तो बाद। स्टार्टल का मतलब होंदा बच्चों हैरान हो जाना एकदम, जदों कोई आपां नूं कोई गल कहे तो आपां उस गल के आंसर लई तैयार ना होई है ना, तो उदों आपां ये वर्ड यूज़ करते हैं स्टार्टल्ड। तो जसवंत एकदम हैरान हो गया। ही कलैक्टेड हिमसैल्फ एंड सैड, पर उसने अपने आप नूं संभालिया। इत्थे कलैक्टेड का मतलब है कि अपने आप नूं उसने नॉर्मल पोजीशन च लिआंदा अते कहा इजंट वन एनफ इन द आर्मी, कि की फौज दे विच एक बंदा काफ़ी नहीं है? एनफ का मतलब काफ़ी, एक भरा मेरा गया होया है कि काफ़ी नहीं है। हाउ हाई इज़ द शुगर केन क्रॉप नाउ ऑन योर साइड? आस जसवंत। तो जसवंत उन्होंने पूछता है कि तुहाडे वाले पासे जिहड़ी गन्ने की फसल है वो कितनी उच्ची हो गई है। इत्थे शुगर केन का मतलब बच्चों गन्ने नूं कहा गया। पासिंग थ्रू आ फार्म, वो एक खेत दे विचों जदों जा रहे होंदे ने तो जसवंत एकदम देखो टॉपिक उसने चेंज कर लिया। मान सिंह उसनूं देखो फौज के बारे पूछ रहे हैं, लेकिन जसवंत ने एकदम टॉपिक चेंज कर लिया। वो गन्ने की फसल वाल मान सिंह नूं लैके आ रहा है भी की तुहाडे वाले पासे गन्ने की फसल किड्डी क वड्डी हो गई, इहदे बारे दसो। इट स्टैंड्स टॉलर दैन द हाइट ऑफ अ मैन।
ਤਾਂ ਮਾਨ ਸਿੰਘ ਉਸ ਨੂੰ ਆਨਸਰ ਦਿੰਦਾ ਹੈ ਕਿ ਇਹ ਬੰਦੇ ਦੀ ਹਾਈਟ ਤੋਂ ਜ਼ਿਆਦਾ ਉੱਚੀ ਹੋ ਗਈ ਹੈ। ਟੌਲਰ ਦੈਨ, ਦੇਖੋ ਬੱਚਿਓ ਇੱਥੇ ਟੌਲਰ ਦੈਨ ਲੱਗਿਆ, ਸੈਕਿੰਡ ਡਿਗਰੀ ਲੱਗਿਆ ਤੇ ਉਸ ਦੇ ਨਾਲ ਦੈਨ ਲੱਗਿਆ। ਇਹ ਗ੍ਰਾਮਰ ਦੀ ਗੱਲ ਹੈ, ਹਮੇਸ਼ਾ ਸੈਕਿੰਡ ਡਿਗਰੀ ਦੇ ਨਾਲ ਆਪਾਂ ਦੈਨ ਪਾ ਕੇ ਕਿਸੇ ਹੋਰ ਚੀਜ਼ ਦੇ ਨਾਲ ਉਸ ਨੂੰ ਕੰਪੈਰੀਜ਼ਨ ਕਰਦੇ ਹਾਂ। ਬਟ ਮਾਨ ਸਿੰਘ's ਹਾਰਟ ਵਾਜ਼ ਐਲਸਵੇਅਰ, ਪਰੰਤੂ ਮਾਨ ਸਿੰਘ ਦਾ ਦਿਲ ਤਾਂ ਕਿਤੇ ਹੋਰ ਸੀ। ਐਲਸਵੇਅਰ ਹੀ ਵਾਂਟਡ ਟੂ ਟਾਕ ਆਫ ਹਿਜ਼ ਫਰੈਂਡ ਐਂਡ ਆਫ ਨਥਿੰਗ ਐਲਸ, ਉਹ ਸਿਰਫ ਆਪਣੇ ਦੋਸਤ ਦੀ ਗੱਲ ਕਰਨੀ ਚਾਹੁੰਦਾ ਸੀ ਅਤੇ ਹੋਰ ਕਿਸੇ ਦੀ ਵੀ ਗੱਲ ਨਹੀਂ ਕਰਨੀ ਚਾਹੁੰਦਾ ਸੀ। ਨਥਿੰਗ ਐਲਸ। ਸਟੂਡੈਂਟਸ, ਮੈਂ +1 ਅਤੇ +2 ਕਲਾਸਿਸ ਦੇ ਜਨਰਲ ਇੰਗਲਿਸ਼ ਅਤੇ ਇਲੈਕਟਿਵ ਇੰਗਲਿਸ਼ ਦੇ ਬਹੁਤ ਸਾਰੇ ਵੀਡੀਓਜ਼ ਬਣਾਏ ਹੋਏ ਹਨ। ਇਹਨਾਂ ਵੀਡੀਓਜ਼ ਨੂੰ ਦੇਖਣ ਦੇ ਲਈ ਤੁਸੀਂ YouTube ਦੀ ਸਰਚ ਬਾਰ 'ਤੇ ਜਾ ਕੇ ਦੀਪਕ ਸੂਦ ਲਵ ਲਰਨਿੰਗ ਟੂ ਲੀਡ ਟਾਈਪ ਕਰੋ। ਰਿਜ਼ਲਟ ਵਿੱਚ ਆਈ ਪਹਿਲੀ ਸਾਈਟ 'ਤੇ ਦੀਪਕ ਸੂਦ 'ਤੇ ਜਾ ਕੇ ਕਲਿੱਕ ਕਰੋ ਤਾਂ ਇਸ ਤਰ੍ਹਾਂ ਤੁਸੀਂ ਚੈਨਲ 'ਤੇ ਪਹੁੰਚ ਜਾਵੋਗੇ, ਜਿੱਥੇ ਤੁਸੀਂ ਵੀਡੀਓਜ਼ ਦਾ ਇੱਕ ਸੈਕਸ਼ਨ ਦੇਖੋਗੇ। ਵੀਡੀਓਜ਼ 'ਤੇ ਕਲਿੱਕ ਕਰੋ, ਤੁਹਾਨੂੰ ਮੇਰੀਆਂ ਬਣਾਈਆਂ ਹੋਈਆਂ ਸਾਰੀਆਂ ਵੀਡੀਓਜ਼ ਤੁਹਾਨੂੰ ਮਿਲ ਜਾਣਗੀਆਂ। ਇਸ ਦੇ ਵਿੱਚ +1 +2 ਦੀਆਂ ਸਾਰੀਆਂ ਕਲਾਸਿਸ ਦੀਆਂ ਜੋ ਮੈਂ ਵੀਡੀਓਜ਼ ਬਣਾਈਆਂ ਹਨ ਉਹ ਸ਼ਾਮਿਲ ਹਨ। ਪਲੇਲਿਸਟ ਵਾਲੇ ਸੈਕਸ਼ਨ 'ਤੇ ਜਾ ਕੇ ਤੁਸੀਂ ਸਾਰੀਆਂ ਪਲੇਲਿਸਟ ਪ੍ਰਾਪਤ ਕਰ ਪਾਓਗੇ, ਜਿਵੇਂ ਕਿ ਕਲਾਸ 12 ਦੀ ਪਲੇਲਿਸਟ ਚੌਥੇ ਨੰਬਰ 'ਤੇ ਹੈ। ਇਸ 'ਤੇ ਤੁਸੀਂ ਜਾ ਕੇ ਜਦੋਂ ਵਿਊ ਫੁੱਲ ਪਲੇਲਿਸਟ ਕਰੋਗੇ ਤਾਂ ਤੁਹਾਨੂੰ ਕਲਾਸ 12 ਦੀਆਂ ਸਾਰੀਆਂ ਵੀਡੀਓਜ਼ ਮਿਲ ਜਾਣਗੀਆਂ। ਇਸੇ ਤਰ੍ਹਾਂ ਤੁਸੀਂ ਬਾਕੀ ਕਲਾਸ 11 ਉਹਨਾਂ ਦੀ ਪਲੇਲਿਸਟ 'ਤੇ ਜਾ ਕੇ ਸਾਰੀਆਂ ਵੀਡੀਓਜ਼ ਪ੍ਰਾਪਤ ਕਰ ਸਕਦੇ ਹੋ। ਅਤੇ ਇਸੇ ਤਰ੍ਹਾਂ ਮੈਂ ਕਲਾਸ 11 ਅਤੇ ਕਲਾਸ 12 ਦੀਆਂ ਗ੍ਰਾਮਰ ਦੀਆਂ ਵੀਡੀਓ ਲਿਸਟ ਬਣਾਈ ਹੋਈ ਹੈ, ਤਾਂ ਉਹ ਸਾਰੀਆਂ ਵੀਡੀਓਜ਼ ਤੁਹਾਨੂੰ ਪ੍ਰਾਪਤ ਹੋ ਜਾਣਗੀਆਂ। ਅਤੇ ਇੱਕ ਪਲੇਲਿਸਟ ਇੰਗਲਿਸ਼ ਇਲੈਕਟਿਵ ਕਲਾਸ 11 ਦੀ ਵੀ ਹੈ ਅਤੇ ਉਸ ਦੇ ਵਿੱਚ ਤੁਹਾਨੂੰ ਸਾਰੀਆਂ ਕਲਾਸ 11 ਦੀਆਂ ਪਲੇਲਿਸਟ ਪ੍ਰਾਪਤ ਹੋ ਜਾਣਗੀਆਂ। ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਇੱਕ ਵਾਰ ਤੁਸੀਂ ਦੀਪਕ ਸੂਦ ਲਵ ਲਰਨਿੰਗ ਟੂ ਲੀਡ ਚੈਨਲ 'ਤੇ ਜ਼ਰੂਰ ਵਿਜ਼ਿਟ ਕਰੋ। ਰਿਟਰਨਿੰਗ ਹੋਮ, ਮਾਨ ਸਿੰਘ ਪਲੈਨਡ ਹਿਜ਼ ਜਰਨੀ ਬੈਕ ਟੂ ਹਿਜ਼ ਵਿਲੇਜ। ਤਾਂ ਘਰ ਵਾਪਸ ਮੁੜਦੇ ਹੋਏ ਮਾਨ ਸਿੰਘ ਨੇ ਇਹ ਯੋਜਨਾ ਬਣਾਈ ਕਿ ਉਹ ਆਪਣੇ ਘਰ ਵਾਪਸ ਚਲਾ ਜਾਏਗਾ। ਤਾਂ ਰਿਟਰਨਿੰਗ ਹੋਮ ਦਾ ਮਤਲਬ ਇੱਥੇ ਬੱਚੇ ਹੋਇਆ, ਕਿਉਂਕਿ ਮਾਨ ਸਿੰਘ ਤੇ ਜਸਵੰਤ ਤੁਹਾਨੂੰ ਪਤਾ ਹੈ ਨਾ ਕਿ ਉਹ ਤਰਨ ਗਏ ਸੀ। ਤਰਨ ਤੋਂ ਜਦੋਂ ਉਹ ਵਾਪਸ ਪਿੰਡ ਥਾਥੀਕਾਰਾ ਵੱਲ ਆ ਰਹੇ ਸੀ ਤਾਂ ਰਸਤੇ 'ਚ ਹੀ ਮਾਨ ਸਿੰਘ ਨੇ ਯੋਜਨਾ ਬਣਾ ਲਈ ਸੀ ਕਿ ਉਹ ਘਰ ਹੁਣ ਵਾਪਸ ਜਾਏਗਾ। ਹੀ ਥੋਟ ਹੀ ਵੁੱਡ ਟੇਕ ਦਾ ਨਾਈਟ ਟ੍ਰੇਨ ਐਟ ਅੰਮ੍ਰਿਤਸਰ। ਤਾਂ ਉਸਨੇ ਸੋਚਿਆ ਕਿ ਉਹ ਅੰਮ੍ਰਿਤਸਰ ਵਿੱਚ ਨਾਈਟ ਟ੍ਰੇਨ ਪਕੜੇਗਾ ਤਾਂ ਕਿ ਉਹ ਆਪਣੇ ਪਿੰਡ ਚੂਹਰਕਾਨਾ ਜਾ ਸਕੇ। ਆਲਦੋ ਐਵਰੀਵਨ ਹੈਡ ਡਨ ਹਿਜ਼ ਬੈਸਟ ਟੂ ਮੇਕ ਹਿਮ ਕੰਫਰਟੇਬਲ, ਹਾਲਾਂਕਿ ਹਰ ਇੱਕ ਨੇ ਆਪਣੀ ਪੂਰੀ ਕੋਸ਼ਿਸ਼ ਕੀਤੀ ਸੀ ਕਿ ਉਹ ਮਾਨ ਸਿੰਘ ਨੂੰ ਕੰਫਰਟੇਬਲ ਰੱਖਣ, ਮਤਲਬ ਕਿ ਉਸ ਨੂੰ ਉਹ ਆਰਾਮ ਦੇ ਵਿੱਚ ਰੱਖਣ। ਇੱਥੇ ਬੱਚਿਓ ਇੱਕ ਫਰੇਜ਼ ਆਇਆ ਡਨ ਹਿਜ਼ ਬੈਸਟ, ਤੇ ਫਰੇਜ਼ ਹੁੰਦਾ ਬੱਚਿਓ ਡੂ ਸਮਵਨ ਬੈਸਟ। ਇਹਦਾ ਮਤਲਬ ਇਹ ਹੁੰਦਾ ਕਿ ਜਦੋਂ ਕੋਈ ਜਣਾ ਆਪਣੀ ਪੂਰੀ ਕੋਸ਼ਿਸ਼ ਕਰਦਾ ਤਾਂ ਉਸ ਨੂੰ ਆਪਾਂ ਕਹਿੰਦੇ ਹਾਂ ਕਿ ਡੂ ਹਿਜ਼ ਬੈਸਟ ਜਾਂ ਡੂ ਮਾਈ ਬੈਸਟ, ਆਪਾਂ ਇੱਦਾਂ ਦੇ ਵਰਡਸ ਯੂਜ਼ ਕਰਦੇ ਹਾਂ। ਤਾਂ ਪਰਿਵਾਰ ਦੇ ਹਰ ਇੱਕ ਬੰਦੇ ਨੇ ਉਸ ਨੂੰ ਕੰਫਰਟੇਬਲ ਰੱਖਣ ਦੀ ਪੂਰੀ ਕੋਸ਼ਿਸ਼ ਕੀਤੀ ਸੀ। ਹੀ ਹੈਡ ਇੰਜੋਇਡ ਦਾ ਵਿਜ਼ਿਟ ਮਚ ਲੈਸ ਦੈਨ ਹੀ ਹੈਡ ਐਕਸਪੈਕਟਿਡ, ਪਰੰਤੂ ਉਸਨੇ ਆਪਣੀ ਵਿਜ਼ਿਟ ਨੂੰ ਓਨਾ ਇੰਜੋਏ ਨਹੀਂ ਕੀਤਾ ਜਿੰਨਾ ਕਿ ਉਸਨੇ ਸੋਚਿਆ ਸੀ। ਐਕਸਪੈਕਟਿਡ ਦਾ ਮਤਲਬ ਹੁੰਦਾ ਹੈ ਆਸ ਕਰਨਾ। ਜਿੰਨੀ ਉਸਨੇ ਆਸ ਕੀਤੀ ਸੀ ਉਨੀ ਉਸਨੇ ਆਪਣੀ ਵਿਜ਼ਿਟ ਥਾਥੀਕਾਰਾ ਵਾਲੀ ਇੰਜੋਏ ਨਹੀਂ ਸੀ ਕੀਤੀ। Even now when tea was being prepared for him, he sat in the porch all by himself. ਹੁਣ ਵੀ ਜਦੋਂ ਉਸ ਲਈ ਚਾਹ ਬਣ ਰਹੀ ਸੀ ਉਹ ਪੋਰਚ ਦੇ ਵਿੱਚ ਵਰਾਂਡੇ 'ਚ ਬੈਠਾ ਸੀ। all by himself, ਤਾਂ all by oneself ਵੀ ਬੱਚਿਓ ਇੱਕ ਫਰੇਜ਼ ਹੁੰਦਾ ਹੈ ਜਿਸ ਦਾ ਮਤਲਬ ਹੁੰਦਾ ਹੈ ਆਪਣੇ ਆਪ ਦੇ ਵਿੱਚ ਗੁੰਮਸੁਮ ਹੋ ਕੇ ਬੈਠਣਾ, ਇਕੱਲੇ ਬੈਠਣਾ, ਤਾਂ ਉਸ ਨੂੰ ਕਹਿੰਦੇ ਨੇ ਜੀ all by himself. He was looking out into the street and saw the postman. ਤਾਂ ਉਹ ਬਾਹਰ ਗਲੀ ਵੱਲ ਦੇਖ ਰਿਹਾ ਸੀ ਲੁਕਿੰਗ ਆਊਟ, ਅਤੇ ਉਸਨੇ ਪੋਸਟਮੈਨ ਨੂੰ ਦੇਖਿਆ, ਡਾਕੀਏ ਨੂੰ ਦੇਖਿਆ। ਵਿਦ ਦਾ ਬੈਗ ਸਲੰਗ ਅਕਰੋਸ ਹਿਜ਼ ਸ਼ੋਲਡਰ ਵਾਕ ਅਪ, ਤਾਂ ਉਸ ਡਾਕੀਏ ਦੇ ਜਿਹੜਾ ਬੈਗ ਸੀਗਾ ਉਸਨੇ ਆਪਣੇ ਮੋਢਿਆਂ ਦੇ ਐਕਰੋਸ ਪਾਇਆ ਹੋਇਆ ਸੀ, ਉਹ ਲਟਕ ਰਿਹਾ ਸੀ। ਇੱਥੇ ਸਲਿੰਗ ਦੀ ਸੈਕਿੰਡ ਫਾਰਮ ਹੈ ਬੱਚਿਓ। ਤਾਂ ਉਹ ਆਇਆ। ਹੀ ਅਪੀਅਰਡ ਟੂ ਪਾਸ ਅਲੋਂਗ ਬਟ ਟਰਨਡ ਇਨ ਐਂਡ ਟੁਕ ਹਿਜ਼ ਸੀਟ ਔਨ ਦਾ ਚੌਰਪਾਏ ਬਾਏ ਦਾ ਸਾਈਡ ਆਫ ਮਾਨ ਸਿੰਘ। ਉਹ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਉਹ ਉਸ ਕੋਲੋਂ ਲੰਘ ਜਾਵੇਗਾ। ਇੱਥੇ ਪਾਸ ਅਲੋਂਗ ਵੀ ਬੱਚਿਓ ਇੱਕ ਇਡੀਅਮ ਹੁੰਦਾ ਹੈ। ਪਾਸ ਅਲੋਂਗ ਦਾ ਮਤਲਬ ਹੁੰਦਾ ਹੈ ਜਦੋਂ ਆਪਾਂ ਕੋਈ ਸੁਨੇਹਾ ਕਿਸੇ ਦੂਸਰੇ ਪਰਸਨ ਨੂੰ ਜਾ ਕੇ ਦਿੰਦੇ ਹਾਂ ਤਾਂ ਉਦੋਂ ਇਹ ਪਾਸ ਅਲੋਂਗ ਇਡੀਅਮ ਮੁਹਾਵਰਾ ਯੂਜ਼ ਕੀਤਾ ਜਾਂਦਾ ਹੈ। ਤਾਂ ਇਹ ਲੱਗ ਰਿਹਾ ਸੀ ਜਿਵੇਂ ਕਿ ਉਹ ਸੁਨੇਹਾ ਦੇਣ ਕਿਸੇ ਨੂੰ ਜਾ ਰਿਹਾ ਹੈ, ਪਰ ਟਰਨਡ ਇਨ, ਉਹ ਮੁੜਿਆ ਅਤੇ ਉਸਨੇ ਮਾਨ ਸਿੰਘ ਦੀ ਸਾਈਡ 'ਤੇ ਆ ਕੇ ਉਸਦੇ ਮੰਜੇ ਉੱਪਰ ਸੀਟ ਲੈ ਲਈ, ਮਤਲਬ ਉਸਦੇ ਮੰਜੇ 'ਤੇ ਆ ਕੇ ਸਾਈਡ 'ਤੇ ਬੈਠ ਗਿਆ ਮਾਨ ਸਿੰਘ ਕੋਲ। ਵਟ ਹੈਵ ਯੂ ਬ੍ਰੌਟ, ਤੂੰ ਕੀ ਲੈ ਕੇ ਆਇਆ? ਮਾਨ ਸਿੰਘ ਡਾਕੀਏ ਨੂੰ ਪੁੱਛ ਰਿਹਾ ਹੈ। ਓ ਵਟ ਕੈਨ ਇਟ ਬੀ, ਕੀ ਹੋ ਸਕਦਾ ਹੈ? ਇਟ ਮਸਟ ਬੀ ਪੇਪਰਸ ਕੰਸਰਨਿੰਗ ਪੂਅਰ ਕਰਮ ਸਿੰਘਸ ਪੈਨਸ਼ਨ, ਤਾਂ ਇਹ ਵਿਚਾਰੇ ਕਰਮ ਸਿੰਘ ਦੇ ਪੈਨਸ਼ਨ ਦੇ ਪੇਪਰ ਹੀ ਹੋ ਸਕਦੇ ਨੇ। ਕਰਮ ਸਿੰਘਸ ਪੈਨਸ਼ਨ, ਕਰਮ ਸਿੰਘ ਦੀ ਪੈਨਸ਼ਨ, ਵਟ ਡੂ ਯੂ ਮੀਨ, ਕੀ ਤੇਰਾ ਮਤਲਬ ਹੈ? ਹੈਜ਼ ਕਰਮ ਸਿੰਘ ਬੀਨ ਕਿਲਡ, ਕੀ ਕਰਮ ਸਿੰਘ ਮਾਰਿਆ ਗਿਆ ਹੈ? ਇਹ ਸਾਰੇ ਕੁਐਸਚਨ ਮਾਨ ਸਿੰਘ ਡਾਕੀਏ ਨੂੰ ਕਰਦਾ ਹੈ। ਡੋਂਟ ਯੂ ਨੋ,
ਹੁਣ ਡਾਕੀਆ ਬੋਲਦਾ ਹੈ ਕਿ ਤੈਨੂੰ ਪਤਾ ਨਹੀਂ, ਈਵਨ ਦ ਟਰੀਜ਼ ਐਂਡ ਬਰਡਸ ਆਫ ਦਿਸ ਵਿਲੇਜ ਆਰ ਇਨ ਮੌਰਨਿੰਗ ਫॉर ਕਰਮ ਸਿੰਘ। ਇੱਥੋਂ ਤੱਕ ਕਿ ਜਿਹੜੇ ਦਰਖਤ ਨੇ ਤੇ ਪੰਛੀ ਨੇ ਇਸ ਪਿੰਡ ਦੇ, ਉਹ ਸੋਗ ਵਿੱਚ ਨੇ। ਇਨ ਮੌਰਨਿੰਗ ਦਾ ਮਤਲਬ ਹੁੰਦਾ ਬੱਚਿਓ ਸੋਗ ਵਿੱਚ ਹੋਣਾ। ਕਾਦੇ ਸੋਗ 'ਚ ਨੇ? ਕਰਮ ਸਿੰਘ ਦੀ ਡੈਥ ਦੇ ਸੋਗ 'ਚ ਨੇ। ਐਂਡ ਯੂ ਸਿਟਿੰਗ ਇਨ ਹਿਜ਼ ਓਨ ਹਾਊਸ ਆਸਕ ਇਫ ਹੀ ਹੈਜ਼ ਬੀਨ ਕਿਲਡ, ਅਤੇ ਤੂੰ ਉਸਦੇ ਘਰ ਦੇ ਵਿੱਚ ਹੀ ਬੈਠਾ ਮੈਨੂੰ ਪੁੱਛ ਰਹੇ ਹੈ ਕਿ ਕੀ ਉਹ ਮਾਰਿਆ ਗਿਆ। ਦਾ ਲੈਟਰ ਅਰਾਈਵਡ 15 days ago, ਉਸਦੇ ਮਰਨ ਦੀ ਖਬਰ ਦੀ ਜਿਹੜੀ ਲੈਟਰ ਸੀ ਉਹ ਤਾਂ 15 ਦਿਨ ਪਹਿਲਾਂ ਹੀ ਆ ਚੁੱਕੀ ਸੀ। ਤਾਂ ਬੱਚਿਓ ਇੱਥੇ ਸਾਨੂੰ ਹੁਣ ਪਤਾ ਚੱਲਦਾ ਹੈ ਕਿ ਅਸਲੀ ਗੱਲ ਕੀ ਸੀ। ਹੁਣ ਬੱਚਿਓ ਇੱਕ ਕਹਾਣੀ ਥੋੜੀ ਜੀ ਸਮਝੋ। ਤਾਂ ਬੱਚਿਓ ਯਾਦ ਕਰੋ ਕਿ ਜਦੋਂ ਮਾਨ ਸਿੰਘ ਕਰਮ ਸਿੰਘ ਨੂੰ ਲਾਸਟ ਵਾਰੀ ਮਿਲਿਆ ਸੀ, ਜਦੋਂ ਉਹ ਲੀਵ ਤੇ ਜਾ ਰਿਹਾ ਸੀਗਾ, ਜਦੋਂ ਉਹ ਘਰ ਜਾਣ ਦੇ ਲਈ ਟਰੱਕ ਤੇ ਸਵਾਰ ਹੋਇਆ ਸੀ, ਉਦੋਂ ਉਹ ਕਰਮ ਸਿੰਘ ਨੂੰ ਮਿਲਿਆ ਸੀ। ਪਰ ਇਸ ਗੱਲ ਨੂੰ ਬੱਚਿਓ ਕਾਫੀ ਦੇਰ ਬੀਤ ਚੁੱਕੀ ਸੀ ਅਤੇ ਉਸਨੇ ਆਪਣਾ ਕਾਫੀ ਸਮਾਂ ਆਪਣੇ ਘਰ ਚੂਹਰਕਾਨਾ ਵਿੱਚ ਵੀ ਬਿਤਾਇਆ ਹੋਣਾ। ਉਸ ਤੋਂ ਬਾਅਦ ਜਦੋਂ ਉਹ ਕਰਮ ਸਿੰਘ ਦੇ ਘਰ ਥਾਥੀ ਕਾਰਾ ਵੱਲ ਆਉਂਦਾ ਤਾਂ ਕਾਫੀ ਦਿਨ ਬੀਤ ਚੁੱਕੇ ਹੁੰਦੇ ਨੇ। ਉਸ ਨੂੰ ਇਨ ਬਿਟਵੀਨ ਇਹਨਾਂ ਦਿਨਾਂ ਦੇ ਦੌਰਾਨ ਕੀ ਗੱਲਾਂ ਹੋਈਆਂ, ਯੁੱਧ ਦੇ ਵਿੱਚ ਕਿੱਦਾਂ ਦੇ ਹਾਲਾਤ ਸੀ, ਕੀ ਹੋਇਆ, ਇਸ ਦੇ ਬਾਰੇ ਕੁਝ ਨੌਲੇਜ ਨਹੀਂ ਸੀ। ਤਾਂ ਹੁਣ ਸਾਨੂੰ ਪਤਾ ਲੱਗਦਾ ਹੈ ਕਿ ਕਰਮ ਸਿੰਘ ਨੂੰ ਮਰੇ ਹੋਏ ਨੂੰ ਤਾਂ 15 ਦਿਨ ਹੋ ਗਏ ਤੇ ਇਸ ਗੱਲ ਬਾਰੇ ਮਾਨ ਸਿੰਘ ਬਿਲਕੁਲ ਅਣਜਾਣ ਸੀ। ਇਹੀ ਕਾਰਨ ਸੀ ਕਿ ਕਰਮ ਸਿੰਘ ਦੇ ਘਰ ਵਾਲੇ ਇੰਨੇ ਜ਼ਿਆਦਾ ਸੋਗ 'ਚ ਸੀ, ਲੇਕਿਨ ਫਿਰ ਵੀ ਉਹਨਾਂ ਨੇ ਜ਼ਾਹਿਰ ਨਹੀਂ ਸੀ ਹੋਣ ਦਿੱਤਾ ਮਾਨ ਸਿੰਘ ਨੂੰ ਕਿ ਸਾਡੇ ਬੇਟੇ ਦੀ ਡੈਥ ਹੋਈ ਹੈ। ਹਾਂ, ਉਹਨਾਂ ਦੇ ਕੁਝ ਗੱਲਾਂ ਤੋਂ ਮਾਨ ਸਿੰਘ ਨੂੰ ਜ਼ਰੂਰ ਮਹਿਸੂਸ ਹੋ ਰਿਹਾ ਸੀ ਕਿ ਮੇਰਾ ਉੱਦਾਂ ਵੈਲਕਮ ਨਹੀਂ ਹੋਇਆ ਜਿੱਦਾਂ ਦਾ ਹੋਣਾ ਚਾਹੀਦਾ ਸੀ। Maan Singh felt choked in his breast and throat and his body was seized by a sudden numbness। ਤਾਂ ਮਾਨ ਸਿੰਘ ਨੂੰ ਆਪਣਾ ਗਲਾ ਤੇ ਛਾਤੀ ਚੋਕ ਨਜ਼ਰ ਹੋਇਆ ਜਾਪਿਆ। ਚੋਕ ਦਾ ਮਤਲਬ ਹੁੰਦਾ ਬੱਚਿਓ ਜਦੋਂ ਆਪਾਂ ਸਾਹ ਨਾ ਲੈ ਪਾਈਏ, ਇੱਕਦਮ ਆਪਣਾ ਗਲਾ ਭਰਿਆ ਹੋਵੇ, ਤਾਂ ਉਸ ਸਮੇਂ ਇਹ ਬੱਚਿਓ ਵਰਡ ਯੂਜ਼ ਹੁੰਦੇ ਨੇ। ਅਤੇ ਉਸਦੀ ਬੋਡੀ ਨੂੰ ਇੱਕ ਸਡਨ ਨਮਨੈਸ ਨੇ ਪਕੜ ਲਿਆ ਸੀ। ਸੀਜ਼ ਦਾ ਮਤਲਬ ਹੁੰਦਾ ਬੱਚਿਓ ਜਕੜ ਲੈਣਾ, ਇੱਥੇ ਸਡਨ ਦਾ ਮਤਲਬ ਅਚਾਨਕ ਹੈ। ਤੇ ਨਮਨੈਸ ਸ਼ਬਦ ਤੁਹਾਡੀ ਗਲੋਸਰੀ ਦੇ ਵਿੱਚ ਲਿਖਿਆ ਹੋਇਆ ਅਨੇਬਲ ਟੂ ਫੀਲ। ਨਮਨੈਸ ਦਾ ਮਤਲਬ ਹੁੰਦਾ ਬੱਚਿਓ ਜਦੋਂ ਤੁਸੀਂ ਕੋਈ ਚੀਜ਼ ਫੀਲ ਨਹੀਂ ਕਰ ਸਕੋ। ਕਈ ਵਾਰੀ ਬੱਚਿਓ ਆਪਣਾ ਪੈਰ ਸੋ ਜਾਂਦਾ ਹੈ ਨਾ, ਪੈਰ ਸਾਡਾ ਫੀਲ ਨਹੀਂ ਕਰ ਪਾ ਰਿਹਾ, ਤਾਂ ਉਸ ਨੂੰ ਵੀ ਅਸੀਂ ਨਮਨੈਸ ਕਹਿੰਦੇ ਹਾਂ। ਤਾਂ ਹੁਣ ਉਸਦੀ ਪੂਰੀ ਬੋਡੀ ਹੀ ਸੋ ਗਈ ਸੀ, ਉਹ ਕੋਈ ਫੀਲ ਹੀ ਨਹੀਂ ਕਰ ਪਾ ਰਹੀ ਸੀ। ਉਸਦੀ ਛਾਤੀ ਤੇ ਗਲਾ ਪੂਰੀ ਤਰ੍ਹਾਂ ਭਰ ਆਇਆ ਸੀ ਆਪਣੇ ਦੋਸਤ ਕਰਮ ਸਿੰਘ ਦੀ ਡੈਥ ਦੀ ਖਬਰ ਸੁਣ ਕੇ। Then came the thaw and floods of tears rushed to his eyes। ਇੱਥੇ thaw ਦਾ ਮਤਲਬ ਬੱਚਿਓ ਤੁਹਾਡੀ ਗਲੋਸਰੀ 'ਚ ਲਿਖਿਆ situation when the relationship becomes less formal and friendly। ਤਾਂ ਇੱਕ ਅਜਿਹੀ ਹਾਲਤ ਜਿਸ ਦੇ ਵਿੱਚ ਅਸੀਂ ਫਾਰਮਲ ਨਹੀਂ ਰਹਿੰਦੇ, ਅਸੀਂ ਰਸਮੀ ਨਹੀਂ ਰਹਿੰਦੇ। ਹੁਣ ਤੱਕ ਦੇਖੋ ਮਾਨ ਸਿੰਘ ਕਰਮ ਸਿੰਘ ਦੇ ਘਰ 'ਚ ਇੱਕ ਫਾਰਮਲ ਤਰੀਕੇ ਨਾਲ ਬੈਠਾ ਸੀ, ਫਾਰਮਲ ਦਾ ਮਤਲਬ ਰਸਮੀ ਤਰੀਕੇ ਨਾਲ ਬੈਠਾ ਸੀ, ਪਰ ਹੁਣ ਰਸਮਾਂ ਸਭ ਖਤਮ ਹੋ ਗਈਆਂ ਸੀ। ਇੱਕਦਮ ਉਸ ਦੀਆਂ ਅੱਖਾਂ ਦੇ ਵਿੱਚੋਂ ਹੰਝੂਆਂ ਦਾ ਹੜ ਵਗ ਆਇਆ। Karam Singh's house, his father now inside and his little child aided the process। ਹੁਣ ਦੇਖੋ ਮਾਨ ਸਿੰਘ ਰੋ ਰਿਹਾ ਹੈ, ਉਸ ਦੀਆਂ ਅੱਖਾਂ 'ਚੋਂ ਹੰਝੂ ਹੜ ਵਾਂਗੂ ਵਹਿ ਰਹੇ ਨੇ। ਬੈਠਾ ਵੀ ਉਹ ਕਰਮ ਸਿੰਘ ਦੇ ਘਰ 'ਚ ਹੈ, ਉਸ ਦੇ ਫਾਦਰ ਉਸ ਨੂੰ ਦਿਖ ਰਹੇ ਨੇ। ਹਾਲਾਂਕਿ ਉਸ ਦੇ ਫਾਦਰ ਘਰ ਦੇ ਅੰਦਰ ਨੇ, ਪਰ ਉਸ ਦਾ ਛੋਟਾ ਬੇਟਾ ਉਸ ਕੋਲ ਹੀ ਹੈ। ਤਾਂ ਇਹਨਾਂ ਸਾਰਿਆਂ ਨੂੰ ਦੇਖ ਕੇ ਉਸ ਦੇ ਹੰਝੂ ਹੋਰ ਵੀ ਜ਼ਿਆਦਾ ਵਗ ਰਹੇ ਨੇ। ਏਡਿਡ ਦਾ ਪ੍ਰੋਸੈਸ ਦਾ ਮਤਲਬ ਹੈ ਕਿ ਇਹ ਸਾਰੀਆਂ ਗੱਲਾਂ ਦੇ ਨਾਲ ਮਾਨ ਸਿੰਘ ਦਾ ਜਿਹੜਾ ਮਨ ਹੈ ਹੋਰ ਜ਼ਿਆਦਾ ਦੁਖੀ ਹੋ ਰਿਹਾ ਹੈ ਤੇ ਹੋਰ ਜ਼ਿਆਦਾ ਰੋ ਰਿਹਾ ਹੈ। The father, seeing the postman from inside, knew that they had failed to keep the news from Karam Singh's friend। ਹੁਣ ਤੱਕ ਪੂਰੀ ਕਹਾਣੀ ਦੇ ਵਿੱਚ ਬੱਚਿਓ ਓਲਡ ਮੈਨ ਹੀ ਵਰਡ ਆਂਦਾ ਰਿਹਾ ਹੈ, ਲੇਕਿਨ ਹੁਣ ਓਲਡ ਮੈਨ ਦੀ ਜਗ੍ਹਾ ਕਿਸ ਨੇ ਲੈ ਲਈ? ਫਾਦਰ ਨੇ। ਉਹਨਾਂ ਨੇ ਵੀ ਪੋਸਟਮੈਨ ਨੂੰ ਦੇਖ ਲਿਆ ਜੀ ਆਪਣੇ ਘਰ ਦੇ ਅੰਦਰੋਂ, ਅਤੇ ਉਹ ਜਾਣਦੇ ਨੇ ਕਿ ਉਹਨਾਂ ਨੇ ਕਰਮ ਸਿੰਘ ਦੇ ਫਰੈਂਡ ਤੋਂ ਜਿਹੜੀ ਨਿਊਜ਼ ਹੈ ਕਰਮ ਸਿੰਘ ਦੀ ਡੈਥ ਦੀ, ਉਸ ਨੂੰ ਛੁਪਾ ਕੇ ਰੱਖਣ ਦੇ ਵਿੱਚ ਉਹ ਫੇਲ ਹੋਏ ਨੇ, ਕਿਉਂਕਿ ਹੁਣ ਪੋਸਟਮੈਨ ਤੋਂ ਪਤਾ ਲੱਗ ਗਿਆ ਕਿ ਕਰਮ ਸਿੰਘ ਦੀ ਡੈਥ ਹੋ ਚੁੱਕੀ ਹੈ। The load might as well be thrown off now। ਤੇ ਹੁਣ ਇਹ ਜਿਹੜਾ ਭਾਰ ਕਿ ਆਪਾਂ ਨੇ ਕਰਮ ਸਿੰਘ ਦੀ ਡੈਥ ਦੀ ਖਬਰ ਮਾਨ ਸਿੰਘ ਨੂੰ ਨਹੀਂ ਦੇਣੀ, ਇਹ ਇੱਕ ਤਰ੍ਹਾਂ ਨਾਲ ਥਰੋ ਆਫ ਹੋ ਗਿਆ। ਥਰੋ ਆਫ ਦਾ ਮਤਲਬ ਉਤਰ ਗਿਆ। The pressure which had been kept up for nearly 24 hours at last broke loose। ਤੇ ਇਹ ਜਿਹੜਾ ਪ੍ਰੈਸ਼ਰ ਸੀ, ਇਹੀ ਪ੍ਰੈਸ਼ਰ ਕਿ ਆਪਾਂ ਕਰਮ ਸਿੰਘ ਦੀ ਡੈਥ ਦੀ ਖਬਰ ਮਾਨ ਸਿੰਘ ਨੂੰ ਨਹੀਂ ਦੇਣੀ, ਇਹ ਜਿਹੜਾ ਪ੍ਰੈਸ਼ਰ ਸੀ ਜਿਹੜਾ ਕਿ ਪਿਛਲੇ 24 ਘੰਟਿਆਂ ਤੇ ਉਹਨਾਂ ਤੇ ਪਿਆ ਹੋਇਆ ਸੀ, ਉਹ ਬ੍ਰੋਕ ਲੂਜ਼ ਹੋ ਗਿਆ। ਇੱਥੇ ਬੱਚਿਓ ਇੱਕ ਫਰੇਜ਼ ਆਇਆ ਬ੍ਰੇਕ ਲੂਜ਼। ਬ੍ਰੇਕ ਲੂਜ਼ ਦਾ ਮਤਲਬ ਹੁੰਦਾ ਬੱਚਿਓ ਕਾਬੂ ਤੋਂ ਬਾਹਰ ਹੋਣਾ। ਹੁਣ ਤੱਕ ਕਰਮ ਸਿੰਘ ਦੇ ਪਿਤਾ ਨੇ ਆਪਣੇ ਆਪ ਨੂੰ ਸਾਂਭ ਕੇ ਰੱਖਿਆ ਹੋਇਆ ਸੀ ਕਿ ਆਪਾਂ ਨੇ ਜ਼ਾਹਿਰ ਨਹੀਂ ਹੋਣ ਦੇਣਾ ਕਿ ਕਰਮ ਸਿੰਘ ਦੀ ਡੈਥ ਹੋ ਚੁੱਕੀ, ਆਪਾਂ ਮਾਨ ਸਿੰਘ ਨੂੰ ਇਹ ਗੱਲ ਨਹੀਂ ਦੱਸਣੀ। ਪਰੰਤੂ ਹੁਣ ਜਦੋਂ ਖਬਰ ਇਹ ਪਤਾ ਲੱਗ ਗਈ ਸੀ ਮਾਨ ਸਿੰਘ ਨੂੰ, ਤਾਂ ਇਹ ਜਿਹੜਾ ਸਾਰਾ ਕਾਬੂ ਕਰਮ ਸਿੰਘ ਦੇ ਫਾਦਰ ਨੇ ਆਪਣੇ ਆਪ ਤੇ ਉੱਪਰ ਰੱਖਿਆ ਹੋਇਆ ਸੀ, ਇਹ ਹੁਣ ਕਾਬੂ ਤੋਂ ਬਾਹਰ ਹੋ ਗਿਆ, ਬ੍ਰੇਕ ਲੂਜ਼ ਹੋ ਗਿਆ। For a long while they sat together mixing their tears in an ever widening pool।
ਕਾਫੀ ਦੇਰ ਤੱਕ, ਫੋਰ ਆ ਲੌਂਗ, ਕਾਫੀ ਦੇਰ ਤੱਕ ਉਹ ਦੋਵੇਂ ਜਣੇ, ਇੱਥੇ ਦੇ ਦਾ ਮਤਲਬ ਬੱਚਿਓ ਮਾਨ ਸਿੰਘ ਅਤੇ ਕਰਮ ਸਿੰਘ ਦੇ ਫਾਦਰ ਤੋਂ ਹੈ, ਉਹ ਇਕੱਠੇ ਬੈਠੇ ਰਹੇ ਅਤੇ ਉਹ ਦੋਵੇਂ ਬਹੁਤ ਦੇਰ ਤੱਕ ਰੋਂਦੇ ਰਹੇ। ਵਾਈ ਡਿਡਨਟ ਯੂ ਟੈਲ ਮੀ, ਆਸਕਡ ਮਾਨ ਸਿੰਘ ਇਨ ਅ ਹੈਲਪਲੈਸ ਪੈਥੈਟਿਕ ਟੋਨ। ਹੁਣ ਮਾਨ ਸਿੰਘ ਨੇ ਇੱਕ ਬਹੁਤ ਹੀ ਲਾਚਾਰ ਭਰੀ ਪੈਥੈਟਿਕ ਲਹਿਜ਼ੇ ਦੇ ਵਿੱਚ, ਨਾ ਪੈਥੈਟਿਕ ਦਾ ਮਤਲਬ ਬੱਚਿਓ ਗਲੋਸਰੀ ਤੁਹਾਡੇ ਲਿਖਿਆ ਹੋਇਆ ਪਿਟੀਫੁਲ, ਬਹੁਤ ਹੀ ਤਰਸਯੋਗ ਟੋਨ ਦੇ ਵਿੱਚ ਲਾਚਾਰ ਹੋ ਕੇ ਪੁੱਛਿਆ ਕਿ ਤੁਸੀਂ ਮੈਨੂੰ ਕਿਉਂ ਨਹੀਂ ਦੱਸਿਆ। ਵੀ ਜਸਟ ਥੌਟ ਦਾ ਬॉय ਇਜ਼ ਔਨ ਲੀਵ। ਤਾਂ ਉਸਦੇ ਪਿਤਾ ਜੀ ਕਹਿੰਦੇ ਹੈ ਕਿ ਸਾਨੇ ਸੋਚਿਆ ਕਿ ਲੜਕਾ ਤਾਂ ਛੁੱਟੀ ਤੇ ਹੈ। ਵਾਈ ਸਪੋਇਲ ਹਿਜ਼ ਹੌਲੀਡੇਜ਼, ਉਸ ਦੀਆਂ ਛੁੱਟੀਆਂ ਕਿਉਂ ਖਰਾਬ ਕਰਨੀਆਂ ਨੇ। ਹੀ ਵੁੱਡ ਨੋ ਇਟ ਵੈਨ ਹੀ ਵੈਂਟ ਬੈਕ ਟੂ ਹਿਜ਼ ਰੈਜੀਮੈਂਟ, ਤਾਂ ਉਸਨੂੰ ਪਤਾ ਲੱਗ ਹੀ ਜਾਊਗਾ ਜਦੋਂ ਉਹ ਆਪਣੀ ਵਾਪਸ ਫੌਜ ਦੀ ਟੁਕੜੀ ਕੋਲ ਜਾਊਗਾ। ਆਈ ਗੈਸ ਯੂ ਲਵ ਯੂਰ ਹੌਲੀਡੇਜ਼ ਐਜ਼ ਮਚ ਐਜ਼ ਕਰਮ ਸਿੰਘ ਡਿਡ। ਕਹਿੰਦੇ ਮੈਨੂੰ ਉਮੀਦ ਹੈ ਕਿ ਤੁਸੀਂ ਆਪਣੀਆਂ ਹੌਲੀਡੇਜ਼ ਨੂੰ ਉਨੀ ਹੀ ਪਸੰਦ ਕਰਦੇ ਹੋਵੋਗੇ ਜਿੰਨੀਆਂ ਕਿ ਕਰਮ ਸਿੰਘ ਆਪਣੀਆਂ ਛੁੱਟੀਆਂ ਨੂੰ ਪਸੰਦ ਕਰਦਾ ਸੀ। ਪਰਹੈਪਸ ਮੋਰ, ਸ਼ਾਇਦ ਤੁਸੀਂ ਜ਼ਿਆਦਾ ਹੀ ਪਸੰਦ ਕਰਦੇ ਹੋਵੋਗੇ। ਪਰਹੈਪਸ ਦਾ ਮਤਲਬ ਬੱਚਿਓ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸ਼ਾਇਦ। ਪੀਪਲ ਇਨ ਦਾ ਬਾਰ ਏਰੀਆ ਆਰ ਯੂਜ਼ਡ ਟੂ ਅ ਮੋਰ ਕੰਫਰਟੇਬਲ ਲਿਵਿੰਗ। ਕਹਿੰਦੇ ਜਿਹੜੇ ਬਾਰ ਏਰੀਆ ਦੇ ਵਿੱਚ ਲੋਕ ਰਹਿੰਦੇ ਨੇ ਉਹ ਥੋੜ੍ਹੇ ਜਿਹੇ ਆਰਾਮਦਾਇਕ ਜ਼ਿੰਦਗੀ ਜ਼ਿਆਦਾ ਪਸੰਦ ਕਰਦੇ ਨੇ। ਇੱਥੇ ਕੰਫਰਟੇਬਲ ਲਿਵਿੰਗ ਦਾ ਮਤਲਬ ਬੱਚਿਓ ਆਰਾਮਦਾਇਕ ਜ਼ਿੰਦਗੀ ਤੋਂ ਹੈ। ਹੁਣ ਇਹ ਗੱਲਾਂ ਕਹਿੰਦੇ ਕਹਿੰਦੇ ਉਹ ਰੁਕ ਜਾਂਦਾ ਹੈ। ਇੱਥੇ ਦੇਖੋ 3 ਡੋਟਸ ਆਏ, ਮਤਲਬ ਉਸਨੇ ਆਪਣੀ ਗੱਲ ਇਹ ਪੂਰੀ ਨਹੀਂ ਕੀਤੀ ਕਰਮ ਸਿੰਘ ਦੇ ਡੈਡੀ ਨੇ। ਹੁਣ ਇੱਥੇ ਉਹ ਬਾਰ ਏਰੀਏ ਦੀ ਗੱਲ ਕਰ ਰਿਹਾ। ਬਾਰ ਏਰੀਏ ਦੇ ਵਿੱਚੋਂ ਬੱਚਿਓ ਮਾਨ ਸਿੰਘ ਆਇਆ। ਤਾਂ ਬੱਚਿਓ ਇਸ ਚੈਪਟਰ ਵਿੱਚ ਪਹਿਲਾਂ ਵੀ ਬਾਰ ਏਰੀਏ ਤੇ ਮਾਝਾ ਏਰੀਆ ਦਾ ਜ਼ਿਕਰ ਹੋਇਆ ਸੀ। ਮਾਝਾ ਏਰੀਏ ਦੇ ਵਿੱਚ ਕਰਮ ਸਿੰਘ ਰਹਿੰਦਾ ਹੈ, ਥਾਥੀ ਖਾਰਾ ਵਾਲਾ ਇਲਾਕਾ, ਲੇਕਿਨ ਬਾਰ ਏਰੀਏ ਦੇ ਵਿੱਚ ਮਾਨ ਸਿੰਘ ਰਹਿੰਦਾ ਹੈ, ਚੂਹਰ ਕਲਾਂ ਵਾਲਾ ਇਲਾਕਾ। ਤਾਂ ਇੱਥੇ ਉਸਦਾ ਫਾਦਰ ਇਹੀ ਕਹਿ ਰਿਹਾ ਹੈ ਕਿ ਮੈਨੂੰ ਐਂ ਲੱਗਦਾ ਹੈ ਕਿ ਜਿਹੜੇ ਬਾਹਰ ਏਰੀਏ ਵਾਲੇ ਇਲਾਕੇ ਨੇ ਉੱਥੇ ਦੇ ਲੋਕ ਥੋੜ੍ਹੀ ਜਿਹੀ ਜ਼ਿੰਦਗੀ ਜ਼ਿਆਦਾ ਆਰਾਮਦਾਇਕ ਪਸੰਦ ਕਰਦੇ ਨੇ। ਬਟ ਵੀ ਵਰ ਅਟਰਲੀ ਅਨਸਕਸੈਸਫੁਲ ਇਨ ਕੀਪਿੰਗ ਇਟ ਫਰੋਮ ਯੂ, ਪਰ ਅਸੀਂ ਪੂਰੀ ਤਰ੍ਹਾਂ ਅਨਸਕਸੈਸਫੁਲ ਹੋਏ, ਮਤਲਬ ਅਸਫਲ ਹੋਏ ਅਜਿਹਾ ਕਰਨ 'ਚ। ਵੀ ਆਰ ਸੌਰੀ ਫॉर ਇਟ, ਤਾਂ ਸਾਨੂੰ ਇਸ ਗੱਲ ਦਾ ਬਹੁਤ ਦੁੱਖ ਹੈ। ਤਾਂ ਬੱਚਿਓ ਦੇਖੋ ਇੱਥੇ ਕਰਮ ਸਿੰਘ ਦੇ ਫਾਦਰ ਦੀ ਦਿਲੀ ਪੀੜਾ ਦਾ ਸਾਨੂੰ ਪਤਾ ਚੱਲਦਾ ਹੈ। ਉਸ ਨੇ ਆਪਣੇ ਦਿਲ ਦੇ ਉੱਪਰ ਪੱਥਰ ਬੰਨ੍ਹ ਕੇ ਇਹ ਗੱਲ ਛੁਪਾਉਣ ਦੀ ਕੋਸ਼ਿਸ਼ ਕੀਤੀ ਮਾਨ ਸਿੰਘ ਤੋਂ ਕਿ ਉਸ ਨੂੰ ਕਰਮ ਸਿੰਘ ਦੀ ਡੈਥ ਦੀ ਖਬਰ ਨਾ ਮਿਲੇ, ਪਰੰਤੂ ਪੋਸਟਮੈਨ ਦੇ ਆਉਣ ਕਰਕੇ ਇਹ ਗੱਲ ਪਤਾ ਲੱਗੀ ਮਾਨ ਸਿੰਘ ਨੂੰ। ਤੇ ਫਿਰ ਵੀ ਦੇਖੋ ਉਹ ਉਸ ਤੋਂ ਸੌਰੀ ਮੰਗ ਰਿਹਾ ਹੈ ਕਿ ਅਸੀਂ ਤੇਰੀਆਂ ਛੁੱਟੀਆਂ ਨਹੀਂ ਸੀ ਖਰਾਬ ਕਰਨਾ ਚਾਹੁੰਦੇ, ਅਸੀਂ ਨਹੀਂ ਸੀ ਚਾਹੁੰਦੇ ਕਿ ਤੈਨੂੰ ਇਹ ਗੱਲ ਦਾ ਪਤਾ ਚੱਲੇ, ਪਰੰਤੂ ਤੈਨੂੰ ਪਤਾ ਲੱਗਿਆ, ਇਸ ਗੱਲ ਦਾ ਮੈਨੂੰ ਖੇਦ ਹੈ। ਔਨ ਹਿਜ਼ ਵੇ ਬੈਕ ਮਾਨ ਸਿੰਘ's eyes ranged curiously over the villages which formed the environment in which ਕਰਮ ਸਿੰਘ's father had grown up। ਵਾਪਸ ਮੁੜਦੇ ਹੋਏ ਦੇਖੋ ਹੁਣ ਉਹ ਘਰ ਤੋਂ ਵਾਪਸ ਆ ਗਿਆ, ਹੁਣ ਉਹ ਵਾਪਸ ਆਪਣੇ ਘਰ ਚੂਹਰ ਕਾਨਾ ਵੱਲ ਜਾ ਰਿਹਾ ਹੈ। ਤਾਂ ਵਾਪਸ ਮੁੜਦੇ ਹੋਏ ਮਾਨ ਸਿੰਘ ਦੀਆਂ ਜਿਹੜੀਆਂ ਅੱਖਾਂ ਨੇ ਉਹ ਉਹਨਾਂ ਸਾਰੇ ਪਿੰਡਾਂ ਨੂੰ ਦੇਖਦੀਆਂ ਨੇ, ਕਿਊਰੀਅਸਲੀ ਦੇਖਦੀਆਂ ਨੇ। ਕਿਊਰੀਅਸਲੀ ਦਾ ਮਤਲਬ ਹੁੰਦਾ ਹੈ ਉਤਸੁਕਤਾ ਦੇ ਨਾਲ। ਹੁਣ ਉਹ ਸਾਰੇ ਉਹ ਕਿਹੜੇ ਪਿੰਡ ਸੀ ਵਿਚ ਫॉर्म ਦੀ ਇਨਵਾਇਰਮੈਂਟ, ਜਿਨ੍ਹਾਂ ਨੇ ਉਹ ਸਾਰਾ ਇੱਕ ਵਾਤਾਵਰਨ ਸਿਰਜਿਆ ਹੋਇਆ ਸੀ ਜਿਹਦੇ ਵਿੱਚ ਕਰਮ ਸਿੰਘ ਦੇ ਪਿਤਾ ਜੀ ਹੈਡ ਗਰੋਨ ਅਪ, ਪੈਦਾ ਹੋਏ ਸੀ, ਪਲੇ ਬੜੇ ਸੀ, ਵੱਡੇ ਹੋਏ ਸੀ। ਦੇਅਰ ਵਰ ਫੋਰਟਸ ਬਿਲਟ ਅਰਾਊਂਡ ਦੈਮ ਫॉर ਪ੍ਰੋਟੈਕਸ਼ਨ। ਤਾਂ ਉਹ ਸਾਰੇ ਪਿੰਡਾਂ ਦੇ ਆਲੇ ਦੁਆਲੇ ਕੁਝ ਕਿਲੇ ਬਣੇ ਹੋਏ ਸੀ। ਫੋਰਟ ਦਾ ਮਤਲਬ ਹੁੰਦਾ ਬੱਚਿਓ ਕਿਲੇ, ਫॉर ਪ੍ਰੋਟੈਕਸ਼ਨ, ਰੱਖਿਆ ਦੇ ਲਈ। ਇਹ ਪੁਰਾਣਾ ਸਮਾਂ ਬੱਚਿਓ 47 ਤੋਂ ਪਹਿਲਾਂ ਦੀਆਂ ਗੱਲਾਂ ਨੇ। ਤਾਂ ਇਸ ਤਰ੍ਹਾਂ ਦੇ ਕਿਲੇ ਉਹਨਾਂ ਪਿੰਡਾਂ ਦੇ ਆਲੇ ਦੁਆਲੇ ਬਣਾਏ ਜਾਂਦੇ ਸੀ। ਐਂਡ ਮੋਨੂਮੈਂਟਸ ਵਿਚ ਐਨਸ਼ਰਾਈਨਡ ਮੈਨੀ ਆ ਡੈਥਲੈਸ ਸਟੋਰੀ ਆਫ ਹੈਰੋਇਕ ਫਾਈਟਸ ਅਗੇਂਸਟ ਦਾ ਇਨਵੇਡਰਸ ਆਫ ਭਾਰਤ। ਅਤੇ ਮੋਨੂਮੈਂਟਸ ਅਤੇ ਸਮਾਰਕ ਵੀ ਸੀਗੇ ਜਿਨ੍ਹਾਂ ਦੇ ਵਿੱਚ ਬਹੁਤ ਸਾਰੀਆਂ ਅਮਰ ਕਹਾਣੀਆਂ, ਡੈਥਲੈਸ ਦਾ ਮਤਲਬ ਇੱਥੇ ਬੱਚਿਓ ਅਮਰ ਹੋ ਗਿਆ, ਬਹੁਤ ਸਾਰੀਆਂ ਅਮਰ ਕਹਾਣੀਆਂ ਸੀ। ਤਾਂ ਇਹ ਕਹਾਣੀਆਂ ਉਹਨਾਂ ਬਹਾਦਰ ਯੋਧਿਆਂ ਦੀਆਂ ਸੀ ਜਿਨ੍ਹਾਂ ਨੇ ਕਿ ਭਾਰਤ ਦੇ ਉੱਪਰ ਹਮਲਾ ਕਰਨ ਵਾਲਿਆਂ ਦੇ ਖਿਲਾਫ ਲੜੀਆਂ ਸੀ। That was the secret of the old man's strength। ਇਹੀ ਉਸ ਬੁੱਢੇ ਆਦਮੀ ਦੀ ਸ਼ਕਤੀ ਦਾ ਭੇਦ ਸੀ, ਉਸ ਦੀ ਸਟਰੈਂਥ ਦਾ ਸੀਕ੍ਰੇਟ ਸੀ। ਇੱਥੇ ਓਲਡ ਮੈਨ ਕਿਹਨੂੰ ਕਿਹਾ ਗਿਆ ਬੱਚਿਓ? ਕਰਮ ਸਿੰਘ ਦੇ ਫਾਦਰ ਨੂੰ ਕਿਹਾ ਗਿਆ। ਹਿਜ਼ ਕੈਪੈਸਿਟੀ ਫॉर ਐਬਜ਼ੌਰਬਿੰਗ ਸ਼ੌਕਸ, ਕਿਉਂਕਿ ਉਹ ਆਪਣੇ ਇਸੇ ਸ਼ਕਤੀ ਦੇ ਕਰਕੇ ਵੱਡੇ ਵੱਡੇ ਜਿਹੜੇ ਸ਼ੌਕ ਸੀਗੇ ਜੋ ਉਸ ਨੂੰ ਦੁੱਖ ਤਕਲੀਫਾਂ ਮਿਲਦੀਆਂ ਸੀ ਉਹਨਾਂ ਨੂੰ ਉਹ ਐਬਜ਼ੌਰਬ ਕਰ ਪਾਉਂਦਾ ਸੀ, ਉਹਨਾਂ ਨੂੰ ਉਹ ਸਹਿ ਪਾਉਂਦਾ ਸੀ। He could voluntarily take on additional burdens to spare another person's discomfort। ਇਸੇ ਕਰਕੇ ਉਹ ਆਪਣੀ ਸਵੈ ਇੱਛਾ ਨਾਲ, ਵੋਲੰਟੈਰਲੀ ਦਾ ਮਤਲਬ ਹੁੰਦਾ ਬੱਚੇ ਉਹ ਸਵੈ ਇੱਛਾ ਦੇ ਨਾਲ ਉਹ ਵਾਧੂ ਦਾ ਭਾਰ ਸਹਿਨ ਕਰ ਪਾਉਂਦਾ ਸੀ ਤਾਂ ਕਿ ਹੋਰ ਕਿਸੇ ਪਰਸਨ ਦੀ ਆਰਾਮ ਦੇ ਵਿੱਚ ਕੋਈ ਕਮੀ ਨਾ ਰਹੇ। ਇੱਥੇ ਹੁਣ ਅਨਦਰ ਪਰਸਨ ਕਿਹਨੂੰ ਕਿਹਾ ਗਿਆ ਜੀ? ਮਾਨ ਸਿੰਘ ਨੂੰ ਕਿਹਾ ਗਿਆ। ਦੇਖੋ ਕਰਮ ਸਿੰਘ ਦਾ ਪਿਓ ਕਿਹੜੇ ਹਾਲਾਤਾਂ 'ਚੋਂ ਲੰਘ ਰਿਹਾ ਸੀ। ਉਸ ਦੇ ਪੁੱਤ ਦੀ ਡੈਥ ਹੋ ਚੁੱਕੀ ਸੀ ਯੁੱਧ ਦੇ ਵਿੱਚ, ਲੇਕਿਨ ਫਿਰ ਵੀ ਉਹਨੇ ਆਪਣੇ ਐਡੇ ਵੱਡੇ ਦਿਲ ਦੇ ਉੱਪਰ ਪਏ ਹੋਏ ਭਾਰ ਨੂੰ ਜ਼ਾਹਿਰ ਨਹੀਂ ਕੀਤਾ ਅਤੇ ਉਸਨੇ ਫਿਰ ਵੀ ਜਿੰਨਾ ਹੋ ਸਕਿਆ ਮਾਨ ਸਿੰਘ ਦੀ ਆਓ ਭਗਤ ਕਰਨ ਦੀ ਪੂਰੀ ਕੋਸ਼ਿਸ਼ ਕੀਤੀ। ਇਹ ਉਹ ਕਿਵੇਂ ਕਰ ਪਾਇਆ? ਇਹ ਉਹ ਇਸ ਕਰਕੇ ਕਰ ਪਾਇਆ ਕਿਉਂਕਿ ਮਾਨ ਸਿੰਘ ਨੂੰ ਲੱਗਿਆ ਜਿਨ੍ਹਾਂ ਇਲਾਕਿਆਂ ਦੇ ਵਿੱਚ ਕਰਮ ਸਿੰਘ ਦਾ
ਪਿਤਾ ਪੈਦਾ ਹੋਇਆ, ਪਲਿਆ, ਵੱਡਾ ਹੋਇਆ ਤਾਂ ਉਹਨਾਂ ਇਲਾਕਿਆਂ ਦੇ ਵਿੱਚ ਬੱਚਿਓ ਬਹਾਦਰ ਸੂਰਮਿਆਂ ਦੀਆਂ ਅਮਰ ਕਹਾਣੀਆਂ ਦੇ ਸਮਾਰਕ ਬਣੇ ਹੋਏ ਨੇ, ਉਹਨਾਂ ਦੀਆਂ ਕਬਰਾਂ ਬਣੀਆਂ ਹੋਈਆਂ ਨੇ। ਸ਼ਾਇਦ ਇਸੇ ਸ਼ਕਤੀ ਦੇ ਨਾਲ ਕਰਮ ਸਿੰਘ ਦਾ ਪਿਤਾ ਐਡਾ ਵੱਡਾ ਦਰਦ ਝੇਲ ਪਾਇਆ। ਮਾਨ ਸਿੰਘ had heard that there was a bull which bore upon its head the burden of the whole earth। ਮਾਨ ਸਿੰਘ ਨੇ ਸੁਣਿਆ ਹੋਇਆ ਸੀ ਕਿ ਇੱਕ ਬੁੱਲ ਹੈ, ਇੱਕ ਬਲਦ ਹੈ, ਜਿਸ ਨੇ ਕਿ ਆਪਣੇ ਸਿਰ ਦੇ ਉੱਪਰ ਪੂਰੀ ਧਰਤੀ ਦਾ ਬੋਝ ਚੱਕਿਆ ਹੋਇਆ ਹੈ। bear upon ਦਾ ਮਤਲਬ ਹੁੰਦਾ ਬੱਚਿਓ ਸਹਿਣ ਕਰਨਾ, ਤਾਂ ਉਸਨੇ ਪੂਰਾ ਭਾਰ ਧਰਤੀ ਦਾ ਸਹਿਣ ਕਰਿਆ ਹੋਇਆ ਇੱਕ ਬਲਦ ਨੇ। ਤਾਂ ਬੱਚਿਓ ਸਾਡੀਆਂ ਪੁਰਾਣੀਆਂ ਕਹਾਣੀਆਂ ਦੇ ਵਿੱਚ ਜ਼ਿਕਰ ਆਉਂਦਾ ਹੈ ਕਿ ਇਹ ਸਾਡੀ ਪੂਰੀ ਧਰਤੀ ਇੱਕ ਬਲਦ ਦੇ ਸਿੰਘਾਂ ਦੇ ਉੱਪਰ ਟਿਕੀ ਹੋਈ ਹੈ, ਤਾਂ ਉਸ ਬਲਦ ਨੇ ਸਾਰੀ ਧਰਤੀ ਦਾ ਭਾਰ ਚੱਕਿਆ ਹੋਇਆ ਹੈ। ਤਾਂ ਇਹ ਗੱਲ ਬਾਰੇ ਮਾਨ ਸਿੰਘ ਜਾਣਦਾ ਸੀ। ਕਰਮ ਸਿੰਘ's father appeared to him just another similar benevolent spirit which though bent under its own oppressive load was yet willing to share other people's burdens। ਤਾਂ ਕਰਮ ਸਿੰਘ ਦਾ ਪਿਤਾ ਉਸ ਨੂੰ ਇਹੋ ਜਿਹੀ ਹੀ ਇੱਕ ਬੈਨੇਵਲੈਂਟ ਸਪਿਰਿਟ ਲੱਗੀ ਨਾ। ਬੈਨੇਵਲੈਂਟ ਸ਼ਬਦ ਬੱਚਿਓ ਤੁਹਾਡੀ ਗਲੋਸਰੀ 'ਚ ਲਿਖਿਆ, ਉਸਦਾ ਮਤਲਬ ਹੈ ਕਾਈਂਡ, ਹੈਲਪਫੁਲ ਐਂਡ ਜੈਨਰਸ, ਦਿਆਲੂ। ਤਾਂ ਇੱਕ ਅਜਿਹੀ ਹੀ ਉਸ ਨੂੰ ਦਿਆਲੂ ਆਤਮਾ ਲੱਗੀ। ਇੱਥੇ ਬੈਨੇਵਲੈਂਟ ਸਪਿਰਿਟ ਦਾ ਮਤਲਬ ਹੋ ਗਿਆ ਦਿਆਲੂ ਆਤਮਾ। ਸਪਿਰਿਟ ਦਾ ਮਤਲਬ ਹੁੰਦਾ ਬੱਚਿਓ ਆਤਮਾ, ਜਿਸ ਨੇ ਕਿ ਆਪਣੇ ਉੱਪਰ ਬਹੁਤ ਸਾਰਾ ਓਪਰੈਸਿਵ ਲੋਡ, ਬਹੁਤ ਜ਼ਿਆਦਾ ਲੋਡ ਚੱਕਿਆ ਹੋਇਆ ਹੈ, ਫਿਰ ਵੀ ਉਹ ਦੂਜੇ ਦੇ ਲੋਕਾਂ ਦਾ ਭਾਰ ਚੱਕਣ ਲਈ ਤਿਆਰ ਹੈ। ਦੂਜੇ ਲੋਕਾਂ ਦਾ ਜਿਹੜਾ ਭਾਰ ਹੈ, ਦੁੱਖਾਂ ਦਰਦਾਂ ਦਾ ਭਾਰ ਹੈ, ਉਸ ਨੂੰ ਸ਼ੇਅਰ ਕਰਨ ਦੇ ਲਈ ਉਹ ਤਿਆਰ ਹੈ, ਉਸ ਦੇ ਵਿੱਚ ਹਿੱਸਾ ਵੰਡਾਉਣ ਦੇ ਲਈ ਵੀ ਤਿਆਰ ਹੈ। ਇੱਦਾਂ ਦੀ ਆਤਮਾ ਕਰਮ ਸਿੰਘ ਦੇ ਪਿਤਾ ਦੀ ਲੱਗੀ ਮਾਨ ਸਿੰਘ ਨੂੰ। ਤਾਂ ਬੱਚਿਓ ਸਟੋਰੀ ਦੇ ਬਿਲਕੁਲ ਅਖੀਰਲੀਆਂ ਲਾਈਨਾਂ ਦੇ ਵਿੱਚ ਸਾਨੂੰ ਦਾ ਬੁੱਲ ਬਨੀਥ ਦਾ ਅਰਥ ਦਾ ਮਤਲਬ ਪਤਾ ਚੱਲਦਾ ਹੈ ਕਿ ਕਰਮ ਸਿੰਘ ਦੇ ਪਿਤਾ ਜੀ ਨੂੰ ਤਾਂ ਬੁੱਲ ਬਨੀਥ ਦਾ ਅਰਥ ਕਿਹਾ ਗਿਆ ਹੈ, ਕਿਉਂਕਿ ਜਿਸ ਤਰ੍ਹਾਂ ਕਿ ਬੱਚਿਓ ਮੰਨਿਆ ਜਾਂਦਾ ਹੈ ਕਿ ਸਾਡੇ ਧਰਤੀ ਦਾ ਭਾਰ ਇੱਕ ਬਲਦ ਨੇ ਆਪਣੇ ਸਿੰਘਾਂ ਦੇ ਉੱਪਰ ਚੱਕਿਆ ਹੋਇਆ ਹੈ, ਇਸੇ ਤਰ੍ਹਾਂ ਮਾਨ ਸਿੰਘ ਨੂੰ ਵੀ ਲੱਗਿਆ ਕਿ ਕਰਮ ਸਿੰਘ ਦਾ ਫਾਦਰ ਬਿਲਕੁਲ ਉਸੇ ਬਲਦ ਦੀ ਤਰ੍ਹਾਂ ਹੀ ਹੈ, ਜਿਸ ਨੇ ਆਪਣੇ ਮਨ ਦੇ ਉੱਪਰ ਐਡਾ ਭਾਰ ਚੱਕਿਆ ਹੋਇਆ ਸੀ, ਲੇਕਿਨ ਫਿਰ ਵੀ ਉਸ ਨੂੰ ਇਹ ਖਿਆਲ ਸੀ ਕਿ ਮੈਨੂੰ ਦਰਦ ਨਾ ਹੋਵੇ ਆਪਣੇ ਦੋਸਤ ਦੀ ਮੌਤ ਦੀ ਖਬਰ ਸੁਣ ਕੇ। ਤਾਂ ਬੱਚਿਓ ਇਸੇ ਦੇ ਨਾਲ ਸਾਡੀ ਸਟੋਰੀ ਖਤਮ ਹੁੰਦੀ ਹੈ। ਮੈਨੂੰ ਉਮੀਦ ਹੈ ਕਿ ਤੁਹਾਨੂੰ ਸਾਰੀ ਸਟੋਰੀ ਦੀ ਕੰਪਰੀਹੈਂਸਿਵ ਐਕਸਪਲੇਨੇਸ਼ਨ ਅਤੇ ਐਨਾਲਿਸਿਸ ਸਮਝ ਆ ਗਈ ਹੋਵੇਗੀ। ਫਿਰ ਵੀ ਜੇਕਰ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਡਾਊਟ ਹੈ ਬੱਚਿਓ, ਤਾਂ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ। ਚੈਪਟਰ ਦੇ ਐਂਡ ਦੇ ਵਿੱਚ ਮੈਂ ਤੁਹਾਨੂੰ ਸਕਰੀਨ ਦੇ ਉੱਪਰ ਆਪਣੇ ਦੁਆਰਾ ਬਣਾਈਆਂ ਹੋਈਆਂ +2 ਕਲਾਸ ਦੀਆਂ ਹੋਰ ਬਹੁਤ ਸਾਰੀਆਂ ਵੀਡੀਓਜ਼ ਦੇ ਲਿੰਕ ਪ੍ਰੋਵਾਈਡ ਕਰ ਰਿਹਾ ਹਾਂ। ਨੈਕਸਟ ਵੀਡੀਓ ਦੇ ਵਿੱਚ ਆਪਾਂ ਇਸ ਚੈਪਟਰ ਦੇ ਸ਼ਾਰਟ ਆਨਸਰ ਟਾਈਪ ਕੁਐਸਚਨਸ ਨੂੰ ਡਿਸਕਸ ਕਰਾਂਗੇ। ਫਿਰ ਮਿਲਦੇ ਹਾਂ ਜੀ, ਧੰਨਵਾਦ।